Students, today we will discuss the scope of political science according to the traditional viewpoint. Political science is a dynamic subject and its scope has kept changing with the change of the time and situation. What is the meaning? कि political science एक ਜਿਹੜਾ ਹੈਗਾ dynamic it means कि time to time ਜਿਹੜਾ ਹੈਗਾ ਜਿਹੜੀ ਚੀਜ਼ time ਤੇ situation ਦੇ according change ਹੋ ਜੇ। ਗ੍ਰੀਕ ਥਿੰਕਰ ਜਿਹੜੇ ਹੈਗੇ ਸੀ ਉਹ ਜਸਟ ਸੋਚਦੇ ਸਨ ਕਿ ਪੋਲੀਟੀਕਲ ਸਾਇੰਸ ਜਿਹੜੀ ਹੈਗੀ ਜਸਟ ਸਿਟੀ ਸਟੇਟ ਨਾਲ ਰਿਲੇਟਡ ਆ, ਬਟ ਅਕੋਰਡਿੰਗ ਟੂ ਟਾਈਮ ਐਂਡ ਸਿਚੁਏਸ਼ਨ ਇਸ ਜਿਹੜਾ ਹੈਗਾ ਵਾ ਏਰੀਆ ਸਕੋਪ ਕਾਫੀ ਵਾਸਟ ਹੁੰਦਾ ਗਿਆ। ਉਸ ਦੇ ਅਕੋਰਡਿੰਗ ਹੁਣ ਕਿਹੜੀ ਉਸ ਸਕੋਪ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਆਪਾਂ ਇਸ ਤਰ੍ਹਾਂ ਡਿਸਕਸ ਕਰਾਂਗੇ। ਠੀਕ ਹੈ, ਫਸਟ ਆਫ ਆਲ ਹੈ ਸਟੱਡੀ ਆਫ ਦਾ ਸਟੇਟ। ਅਕੋਰਡਿੰਗ ਟੂ ਦਾ ਟ੍ਰੈਡੀਸ਼ਨਲ ਵਿਊ ਪੁਆਇੰਟ, the state is a pivot around which the political science revolve, and this way it makes the comprehensive study of political science. It means कि जो ट्रेडिशनल व्यू पॉइंट के अकॉर्डिंग ਜਿਹੜੀ ਆ ਪੋਲੀਟੀਕਲ ਸਾਇੰਸ ਆ ਉਹ ਸਾਰੇ ਸਟੇਟ ਬਾਰੇ ਦੱਸਦੀ ਆ। ਸਟੇਟ ਦਾ ਪਾਸਟ ਕੀ ਸੀ, ਪ੍ਰੈਜ਼ੈਂਟ ਕੀ ਆ ਐਂਡ ਫਿਊਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਪਾਸਟ ਵਿੱਚ ਸਟੱਡੀ ਜਿਹੜਾ ਸਟੇਟ ਕਿਹੋ ਜਿਹਾ ਸੀ, ਉਹਦਾ ਕਿਵੇਂ ਹੋਂਦ ਵਿੱਚ ਆਇਆ, ਕੇਮ ਇਨਟੂ ਦ ਐਗਜ਼ਿਸਟੈਂਸ। ठीक है, हौली हौली उन्हें किवें डेवलपमेंट की, दैन आफ्टर वो प्रैजेंट टाइम में किहो जिहा किवें काम करदा एंड फ्यूचर में उन्होंने किवें करना चाहिए। तुसीं की कर सकते हो बेटा कि फस्ट ऑफ ऑल तुसीं जिहड़ियां दो लाइनां स्टार्टिंग करके पोलीटिकल साइंस इज़ अ डायनेमिक सब्जैक्ट एंड इट्स स्कोप हैज़ kept changing with the change of the time and situation. The Greek thinker confined the scope of political science up to the study of the city state, but now the political science has vast concept related to political science. It has a vast scope. Political science can be divided into the following headings. then after ਇਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਪੁਆਇੰਟਸ ਕਿਵੇਂ ਡਿਸਕ੍ਰਾਈਬ ਕਰੋਗੇ। ਯਸ ਬੇਟਾ, ਫਸਟ ਪੁਆਇੰਟ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਫਸਟ 4 ਪੁਆਇੰਟਸ ਲਿਖ ਸਕਦੇ ਹੋ। ਫਸਟ ਆਫ ਆਲ ਪੁਆਇੰਟ ਹੈਗਾ ਸੀ ਸਟੱਡੀ ਆਫ ਦ ਸਟੇਟ। Political science is the study of the past, present and future of the state. Besides this, it is also concerned with the study of the mutual relation between the individual and the state and the function of the state. कि political science ਜਿਹੜੀ ਹੈਗੀ ਆ past, present and future ਬਾਰੇ ਦੱਸਦੀ ਆ। ਇਸ ਤੋਂ ਇਲਾਵਾ ਕਿ ਇਨਸਾਨ ਦਾ, ਮਨੁੱਖ ਦਾ ਤੇ ਸਟੇਟ ਵਿੱਚ ਆਪਸੀ ਰਿਲੇਸ਼ਨ ਕਿਹੋ ਜਿਹਾ ਨੇ ਤੇ ਸਟੇਟ ਕਿਹੜੇ ਕੰਮ ਕਰਦੀ ਆ, ਉਹਨੂੰ ਕਿਹੜੇ ਕੰਮ ਕਰਨੇ ਚਾਹੀਦੇ, ਇਹਨਾਂ ਬਾਰੇ ਵਰਣਨ ਕਰਦੀ ਆ। ਠੀਕ ਆ, ਫਸਟ ਪੁਆਇੰਟ ਇੰਨਾ ਹੀ, ਕਿਉਂਕਿ ਪੇਪਰ ਵਿੱਚ ਜਿਹੜੇ ਹੈਗੇ ਤੁਸੀਂ 2 ਜਾਂ 3 ਤੋਂ ਲਾਈਨਾਂ ਜ਼ਿਆਦਾ ਐਕਸਪਲੇਨ ਨਹੀਂ ਕਰ ਸਕਦੇ, ਨਹੀਂ ਤਾਂ ਪੇਪਰ ਤੁਹਾਡਾ ਜਿਹੜਾ ਹੈਗਾ ਵਾ ਛੱਡਿਆ ਜਾਂਦਾ ਹੈ। ਠੀਕ ਹੈ, ਨੈਕਸਟ ਹੈ ਸਟੱਡੀ ਆਫ ਦਾ ਗੌਰਮੈਂਟ। ਗੌਰਮੈਂਟ ਇਜ਼ ਐਨ ਐਲੀਮੈਂਟ ਆਫ ਦਾ ਸਟੇਟ ਵਿਚ ਐਕਸਪ੍ਰੈਸ ਦਾ ਇਨਫੋਰਸ ਦਾ ਵੀਲ ਆਫ ਦਾ ਸਟੇਟ। ਗੌਰਮੈਂਟ ਕੀ ਆ, ਸਟੇਟ ਦਾ ਇੱਕ ਪਾਰਟ ਵਾ। ਠੀਕ ਆ, ਜਿਹੜੀ ਕਿ ਸਟੇਟ ਦੀ ਵਿਲ ਨੂੰ ਜਿਹੜੀ ਹੈਗੀ ਆ ਪ੍ਰੈਕਟੀਕਲ ਲਾਗੂ ਕਰਦੀ ਕਿ ਸਟੇਟ ਐਕਚੁਅਲੀ ਚਾਹੁੰਦਾ ਕੀ ਆ। ਜਿਵੇਂ ਇੰਡੀਆ ਹੈ, ਇੰਡੀਆ ਦੀ ਕੀ ਇੱਛਾ ਹੈ, ਇੰਡੀਆ ਦੀ ਇੱਛਾ ਸਾਡੀ ਸਾਰੀ ਕੰਸਟੀਟਿਊਸ਼ਨ ਵਿੱਚ ਲਿਖੀ ਹੋਈ ਆ। ਉਸ ਕੰਸਟੀਟਿਊਸ਼ਨ ਦੇ ਅਕੋਰਡਿੰਗ ਜਿਹੜੀ ਹੈਗੀ ਆ ਗੌਰਮੈਂਟ ਲਾ ਬਣਾਉਂਦੀ ਆ, ਇਹਨੂੰ ਇਨਫੋਰਸ ਵਗੈਰਾ ਕਰਦੀ ਆ। ਅਤੇ ਗੌਰਮੈਂਟ ਕੀ ਆ, ਇੱਕ ਸਟੇਟ ਦਾ ਐਲੀਮੈਂਟ ਵਾ ਅਤੇ ਜਿਹੜੀ ਕਿ ਸਟੇਟ ਦੀ ਵਿਲ ਨੂੰ ਇਨਫੋਰਸ ਕਰਦੀ ਆ। ਅਤੇ ਉਹ ਕਿਹੜੀ ਵਿਲ ਨੂੰ ਇਨਫੋਰਸ ਕਰਦੀ ਆ, ਕਿਵੇਂ ਕੰਮ ਕਰਦੀ ਆ, ਇਹਨਾਂ ਬਾਰੇ ਸਾਰੀ ਸਟੱਡੀ ਜਿਹੜੀ ਹੈਗੀ ਆ ਉਹ ਪੋਲੀਟੀਕਲ ਸਾਇੰਸ ਕਰਦੀ ਆ। ਇਹ ਕਿਸ ਦੇ ਅਕੋਰਡਿੰਗ ਆ, ਟ੍ਰੈਡੀਸ਼ਨਲ ਵਿਊ ਆਫ ਪੁਆਇੰਟ ਦੇ ਅਕੋਰਡਿੰਗ। ਨੈਕਸਟ ਥਰਡ ਪੁਆਇੰਟ, ਸਟੱਡੀ ਆਫ ਦਾ ਇੰਟਰਨੈਸ਼ਨਲ ਲਾ ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਵੇਂ WHO ਆ, UN ਹੋਰ ਵੀ ਕਈ ਨੇ। ਟੂਡੇ ਦੇਅਰ ਆਰ ਦਾ ਕਲੋਜ਼ ਰਿਲੇਸ਼ਨ ਅਮੰਗ ਦਾ ਡਿਫਰੈਂਟ ਸਟੇਟ ਐਂਡ ਦਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਰੈਗੂਲੇਟ ਦੇ ਆਰ ਦਾ ਰਿਲੇਸ਼ਨ ਅਕੋਰਡਿੰਗ ਟੂ ਦਾ ਇੰਟਰਨੈਸ਼ਨਲ ਲਾ ਐਂਡ ਦਾ ਪੋਲੀਟੀਕਲ ਸਾਇੰਸ ਮੇਕ ਦਾ ਸਟੱਡੀ ਆਫ them। ਅੱਜ ਦੇ ਜ਼ਮਾਨੇ ਵਿੱਚ ਜਿਹੜੀ ਹੈਗੀ ਆ ਕੋਈ ਵੀ ਦੇਸ਼ ਇਕੱਲਾ ਨਹੀਂ ਰਹਿ ਸਕਦਾ, ਉਸ ਨੂੰ ਆਪਣੇ ਦੇਸ਼ ਨੂੰ ਦੂਜੇ ਦੇਸ਼ਾਂ ਦੇ ਨਾਲ ਅਤੇ ਈਵਨ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਕੋਈ ਨਾ ਕੋਈ ਰਿਲੇਸ਼ਨ ਬਣਾਉਣੇ ਪੈਂਦੇ ਨੇ। ਅਤੇ ਉਹ ਰਿਲੇਸ਼ਨ ਕਿਵੇਂ ਆਪਣੀ ਜਿਹੜੀ ਹੈਗੀ ਆ ਉਹਨਾਂ ਨੂੰ ਕਿਵੇਂ ਬੈਲੈਂਸ ਬਣਾ ਕੇ ਰੱਖੇਗਾ, ਕਿਵੇਂ ਬਣਾਉਣੇ ਨੇ, ਉਹਨਾਂ ਬਾਰੇ ਜਿਹੜੇ ਹੈਗੇ ਕੁਝ ਲਾ ਹੁੰਦੇ ਨੇ, ਇੰਟਰਨੈਸ਼ਨਲ ਲਾ ਜਾਂ ਪੋਲਿਸੀਸ ਹੁੰਦੀਆਂ ਨੇ। ਅਤੇ ਉਹ ਲਾ ਕਿਹੜੇ ਨੇ, ਉਹ ਪੋਲਿਸੀਸ ਕਿਹੜੇ ਨੇ, ਇਹਨਾਂ ਬਾਰੇ ਜਿਹੜੀ ਹੈਗੀ ਆ ਸਟੱਡੀ ਜਿਹੜੀ ਆ ਪੋਲੀਟੀਕਲ ਸਾਇੰਸ ਕਰਦੀ ਆ। ਫੋਰਥ ਪੁਆਇੰਟ, ਸਟੱਡੀ ਆਫ ਪੋਲੀਟੀਕਲ ਆਈਡੀਓਲੋਜੀ। ਆਈਡੀਓਲੋਜੀ ਮੀਨਸ ਟੂ ਕਿ ਵਿਚਾਰਧਾਰਾ। ਠੀਕ ਹੈ, ਕਿ ਜਿਵੇਂ ਕੋਈ ਵੀ ਦੇਸ਼ ਵਾ ਉਸ ਦੀ ਕੋਈ ਨਾ ਕੋਈ ਵਿਚਾਰਧਾਰਾ ਹੁੰਦੀ ਹੈ। ਜਿਵੇਂ ਇੰਡੀਆ ਵਾ, ਇੰਡੀਆ ਜਿਹੜਾ ਹੈਗਾ ਵਾ ਗਾਂਧੀਵਾਦ, ਮਾਰਕਸਵਾਦ ਅਤੇ ਪੂੰਜੀਵਾਦ ਤਿੰਨਾਂ ਵਿਚਾਰਧਾਰਾ ਦਾ ਮਿਕਸਅਪ ਆ। ਅਮਰੀਕਾ ਪੂੰਜੀਵਾਦੀ ਵਿਚਾਰਧਾਰਾ ਨਾਲ ਆ। ਰਸ਼ੀਆ ਜਿਹੜਾ ਹੈਗਾ ਵਾ ਉਹ ਸਾਮੰਤੀ ਵਿਚਾਰਧਾਰਾ ਨਾਲ ਆ। ਅਤੇ ਉਹ ਵਿਚਾਰਧਾਰਾ ਕੀ ਹੁੰਦੀਆਂ ਨੇ,
ਕਿਵੇਂ ਕੰਮ ਕਰਦੀਆਂ ਨੇ, ਕਿ ਉਹਦੇ ਦੇਸ਼ ਕਿਹੜੇ ਹਿਸਾਬ ਨਾਲ ਚੱਲਦਾ ਹੈ, ਇਹ ਸਾਰੇ ਬਾਰੇ ਸਟੱਡੀ ਪੋਲੀਟੀਕਲ ਸਾਇੰਸ ਕਰਦੀ ਹੈ। ਵਾਟ ਇਜ਼ ਦਾ ਪਰਪਸ ਆਫ ਦਾ ਸਟੇਟ, ਸਟੇਟ ਦਾ ਪਰਪਸ ਕੀ ਹੈ, ਐਂਡ ਵਾਟ ਇਜ਼ ਦਾ ਸਟੇਟ ਆਊਟ ਟੂ ਬੀ, ਉਹਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਹ ਸਾਰੇ ਕੁਐਸਚਨਾਂ ਦਾ ਆਨਸਰ ਜਿਹੜਾ ਆਈਡੀਓਲੋਜੀ ਦੇ ਅਕੋਰਡਿੰਗ ਆ। ਅਤੇ ਪੋਲੀਟੀਕਲ ਸਾਇੰਸ ਜਿਹੜੀ ਹੈਗੀ ਆ, ਆਈਡੀਓਲੋਜੀ ਕੀ ਹੁੰਦੀ ਆ, ਕਿਵੇਂ ਮਤਲਬ ਕੰਮ ਕਰਦੀ ਹੈ, ਇਹਨਾਂ ਬਾਰੇ ਸਾਰੀ ਸਟੱਡੀ ਕਰਦੀ ਆ। ਠੀਕ ਹੈ, ਇਹ ਤੁਸੀਂ 4 ਦੇ 4 ਪੁਆਇੰਟ ਸੇਮ ਟੂ ਸੇਮ ਇਸ ਤਰ੍ਹਾਂ ਲਿਖ ਸਕਦੇ ਹੈਗੇ ਹੋ ਜੇ ਤੁਸੀਂ ਨੋਟਸ ਪ੍ਰਪੇਅਰ ਕਰਨੇ ਆ। ਸਟਾਰਟਿੰਗ 'ਚ ਜਿਹੜੀਆਂ ਹੈਗੀਆਂ 2-3 ਲਾਈਨਾਂ ਲਿਖ ਕੇ ਦੈਨ ਆਫਟਰ ਤੁਸੀਂ 4 ਪੁਆਇੰਟ ਏ। ਨੈਕਸਟ ਪੁਆਇੰਟ ਕਰਦੇ ਹਾਂ, ਸਟੱਡੀ ਆਫ ਮੈਨ ਐਜ਼ ਏ ਪੋਲੀਟੀਕਲ ਬੀਇੰਗ। ਮੈਨ ਇਜ਼ ਨਾਟ ਓਨਲੀ ਸੋਸ਼ਲ ਬੀਇੰਗ, ਇਟ ਇਜ਼ ਆਲਸੋ ਏ ਪੋਲੀਟੀਕਲ ਬੀਇੰਗ। ਕਿ ਆਦਮੀ ਜਿਹੜਾ ਹੈਗਾ ਵਾ ਜਸਟ ਇਹ ਨਹੀਂ ਹੈ ਕਿ ਸੋਸ਼ਲ ਬੀਇੰਗ ਆ, ਕਿ ਉਹ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਾ ਹੈ, ਈਵਨ ਕਿ ਉਹ ਪੋਲੀਟੀਕਲ ਬੀਇੰਗ ਵੀ ਆ। ਵਾਈ, ਹਾਊ, ਕਿਵੇਂ? ਕਿਉਂਕਿ ਉਹ ਆਪਣੇ ਕੁਝ ਇੰਟਰਸਟ ਨੂੰ ਕੰਪਲੀਟ ਕਰਨ ਵਾਸਤੇ ਕੁਝ ਆਰਗੇਨਾਈਜੇਸ਼ਨ ਬਣਾਉਂਦਾ ਵਾ, ਈਵਨ ਕਿ ਇਲੈਕਸ਼ਨ ਵਿੱਚ ਪਾਰਟੀਸਪੇਟ ਕਰਦਾ, ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਬਣਦਾ ਹੈ, ਫਿਰ ਉਹ ਈਵਨ ਕਿ ਕ੍ਰਿਟੀਸਾਈਜ਼ ਵੀ ਕਰਦਾ ਹੈਗਾ ਵਾ ਕਿ ਪੋਲੀਟੀਕਲ ਪਾਰਟੀ ਚੰਗੀਆਂ, ਸਰਕਾਰਾਂ ਚੰਗੀਆਂ ਨਹੀਂ ਚੰਗੀਆਂ। ਇਹ ਸਾਰਾ ਕੁਝ ਕੀ ਆ, ਪੋਲੀਟੀਕਲ ਬੀਇੰਗ। ਠੀਕ ਹੈ, ਕਿ ਤੁਸੀਂ ਇਹ 3 ਲਾਈਨਾਂ ਇਹਦੇ ਵਿੱਚ ਐਡ ਕਰ ਸਕਦੇ ਹੋ। ਦਾ ਮੈਨ ਇਜ਼ ਨਾਟ ਓਨਲੀ ਸੋਸ਼ਲ ਬੀਇੰਗ, ਹੀ ਇਜ਼ ਆਲਸੋ ਏ ਪੋਲੀਟੀਕਲ ਬੀਇੰਗ ਬਿਕਾਜ਼ he participate in the, he want to protect his interest. For this reason he participate in the organization, contest election and also join the various political parties. Thus political science study of the ਹਿਊਮਨ ਬੀਇੰਗਸ, ਕਿ ਮਨੁੱਖ ਦੀ ਵੀ ਜਿਹੜੀ ਹੈਗੀ ਆ ਮਤਲਬ ਕਿ ਉਹ ਸਟੱਡੀ ਵਗੈਰਾ ਕਰਦੀ ਹੈ ਕਿ ਮਨੁੱਖ ਜਿਹੜਾ ਹੈਗਾ ਕਿਵੇਂ ਪੋਲੀਟੀਕਲ ਸਾਇੰਸ ਵਿੱਚ ਜਿਹੜਾ ਹੈਗਾ ਵਾ ਰੋਲ ਪਲੇ ਕਰਦਾ ਹੈਗਾ ਵਾ। ਠੀਕ ਹੈ, ਨੈਕਸਟ ਹੈ, ਇਹ ਤੁਹਾਡਾ 5th ਪੁਆਇੰਟ ਹੋ ਗਿਆ। ਨੈਕਸਟ ਪੁਆਇੰਟ 6th ਪੁਆਇੰਟ, ਤੁਸੀਂ ਪੋਲੀਟੀਕਲ ਪਾਰਟੀਜ਼ ਬਾਰੇ ਸੁਣਿਆ ਹੋਏਗਾ। ਪੋਲੀਟੀਕਲ ਪਾਰਟੀ, ਸਟੱਡੀ ਆਫ ਦ ਪੋਲੀਟੀਕਲ ਪਾਰਟੀਜ਼, ਪ੍ਰੈਸ਼ਰ ਗਰੁੱਪਸ ਐਂਡ ਇੰਟਰਸਟ ਗਰੁੱਪ। ਕਾਂਗਰਸ ਪਾਰਟੀ, BJP ਪਾਰਟੀ, ਆਪ ਪਾਰਟੀ, ਈਵਨ ਕਿ ਕਿਸਾਨ ਅੰਦੋਲਨ, ਸਟੂਡੈਂਟਸ ਗਰੁੱਪ, ਇਹਨਾਂ ਬਾਰੇ ਸੁਣਿਆ ਹੋਏਗਾ। ਅਤੇ ਪੋਲੀਟੀਕਲ ਪਾਰਟੀਜ਼ ਕੀ ਨਾ, ਵਾਟ ਆਰ ਦ ਪੋਲੀਟੀਕਲ ਪਾਰਟੀਜ਼, ਵਾਈ ਡੂ ਦੀਜ਼ ਕਮ ਇਨ ਟੂ ਦ ਐਗਜ਼ੀਸਟੈਂਸ, ਵਾਟ ਆਰ ਦੇਅਰ ਫੰਕਸ਼ਨ ਐਂਡ ਵਾਟ ਰੋਲ ਦੇ ਪਲੇ। ਠੀਕ ਹੈ, political etc. are a few questions which are the concern of the political science, and political science study about this। ਇੰਨਾ ਸਾਰਾ ਲਿਖ ਕੇ ਤੁਸੀਂ ਲਿਖ ਸਕਦੇ ਹੋ ਦੈਨ ਆਫਟਰ ਕਿ ਪੋਲੀਟੀਕਲ ਸਾਇੰਸ ਸਟੱਡੀ ਅਬਾਊਟ ਦਿਸ, ਕਿ ਪੋਲੀਟੀਕਲ ਸਾਇੰਸ ਪਾਰਟੀਜ਼ ਕੀ ਨੇ, ਉਹ ਕਿਉਂ ਹੋਂਦ ਵਿੱਚ ਆਉਂਦੀਆਂ, ਕੀ ਕੰਮ ਕਰਦੀਆਂ ਨੇ, ਇਹਨਾਂ ਸਾਰੇ ਬਾਰੇ ਵਰਣਨ ਜਿਹੜਾ ਹੈਗਾ ਵਾ ਸਾਨੂੰ ਸਾਰਾ ਕੁਝ ਕਿੱਥੋਂ ਪਤਾ ਲੱਗਦਾ, ਜਦੋਂ ਅਸੀਂ ਪੋਲੀਟੀਕਲ ਸਾਇੰਸ ਦੀ ਬੁੱਕ ਪੜ੍ਹਦੇ ਹਾਂ ਫਿਰ ਸਾਨੂੰ ਪਤਾ ਲੱਗਦਾ। ਇਸ ਤੋਂ ਇਲਾਵਾ ਬਿਸਾਈਡ ਪੋਲੀਟੀਕਲ ਪਾਰਟੀਜ਼ ਮੇਨ ਫਾਰਮਸ ਵੇਰੀਅਸ ਟਾਈਪਸ ਆਫ ਦ ਗਰੁੱਪਸ ਫਾਰ ਦ ਫੁਲਫਿਲਮੈਂਟ ਆਫ ਹਿਜ਼ ਦ ਡਿਫਰੈਂਟ ਨੀਡਸ ਵਿਚ ਫਾਰਮ ਦ ਟਾਈਮ ਟੂ ਟਾਈਮ ਪੁੱਟ ਪ੍ਰੈਸ਼ਰ ਔਨ ਦ ਗੌਰਮੈਂਟ, ਮੇਕ ਇਟ ਇਨ ਟੂ ਦ ਡਿਸੀਜ਼ਨ ਔਨ ਦੇਅਰ ਫੇਵਰ। ਇਸ ਤੋਂ ਇਲਾਵਾ ਪੋਲੀਟੀਕਲ ਪਾਰਟੀਜ਼ ਤੋਂ ਇਲਾਵਾ ਕੁਝ ਗਰੁੱਪਸ ਵੀ ਹੁੰਦੇ ਨੇ ਜਿਹੜੇ ਕਿ ਗੌਰਮੈਂਟ ਉੱਤੇ ਆਪਣਾ ਪ੍ਰੈਸ਼ਰ ਪਾਉਂਦੇ ਨੇ ਤਾਂ ਜੋ ਜਿਹੜੀਆਂ ਉਹਨਾਂ ਦੀ ਸਪੈਸ਼ਲ ਨੀਡਸ ਉਹ ਫੁੱਲ ਹੋ ਸਕਣ। ਅਤੇ ਇਹ ਪ੍ਰੈਸ਼ਰ ਗਰੁੱਪਸ ਕੀ ਹੁੰਦੇ ਨੇ, ਕਿਵੇਂ ਕੰਮ ਕਰਦੇ ਨੇ, ਇਹਨਾਂ ਬਾਰੇ ਜਾਣਕਾਰੀ ਸਾਨੂੰ ਪੋਲੀਟੀਕਲ ਸਾਇੰਸ ਦੀ ਬੁੱਕ ਪੜ੍ਹ ਕੇ ਹੀ ਪਤਾ ਚੱਲਦੀ ਹੈ ਅਤੇ ਇਸ ਬਾਰੇ ਸਟੱਡੀ ਕਰਦੀ ਆ। ਨੈਕਸਟ ਆ ਗਿਆ 7th ਪੁਆਇੰਟ, ਸਟੱਡੀ ਆਫ ਰਾਈਟਸ ਐਂਡ ਡਿਊਟੀਜ਼। ਰਾਈਟਸ ਆਰ ਦੋਜ਼ ਕੰਡੀਸ਼ਨ ਵਿਚ ਆਰ ਨੈਸੈਸਰੀ ਫਾਰ ਦ ਡਿਵੈਲਪਮੈਂਟ ਆਫ ਦ ਇੰਡੀਵਿਜੂਅਲ। ਰਾਈਟਸ ਉਹ ਜ਼ਰੂਰੀ ਆ, ਤੁਸੀਂ +1 +2 'ਚ ਪੜ੍ਹਿਆ ਰਾਈਟਸ ਡਿਊਟੀਜ਼ ਬਾਰੇ ਕਿ ਉਹ ਜ਼ਰੂਰੀ ਕੰਡੀਸ਼ਨ ਆ ਜਿਹੜੀ ਕਿ ਮਨੁੱਖ ਦੇ ਵਿਕਾਸ ਵਾਸਤੇ ਜ਼ਰੂਰੀ ਆ। ਅਤੇ ਪੋਲੀਟੀਕਲ ਸਾਇੰਸ ਹੀ ਸਾਨੂੰ ਦੱਸਦੀ ਆ ਕਿ ਰਾਈਟਸ ਕੀ ਨੇ, ਕਿਵੇਂ ਮਿਲਦੇ ਨੇ, ਅਤੇ ਇਹ ਸਾਡੇ ਜਿਹੜੇ ਹੈਗੇ ਕਿਹੜੇ ਜੇਕਰ ਇਨ ਕੇਸ ਨਹੀਂ ਮਿਲਦੇ, ਸਾਡਾ ਇਸ ਦੇ ਉੱਤੇ ਕੋਈ ਮਾਨਹਾਨੀ ਦਾਅਵਾ ਹੁੰਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਆਪਣੇ ਰਾਈਟਸ ਨੂੰ ਲੈ ਸਕਦੇ, ਇਹਨਾਂ ਬਾਰੇ ਸਾਰੀ ਸਟੱਡੀ ਜਿਹੜੀ ਹੈਗੀ ਸਾਨੂੰ ਪੋਲੀਟੀਕਲ ਸਾਇੰਸ ਦੱਸਦੀ ਆ। ਅਲੋਂਗ ਦਿਸ ਡਿਊਟੀਜ਼ ਆਰ ਆਲਸੋ ਰਿਲੇਟਡ ਟੂ ਰਾਈਟਸ, ਕਿਉਂਕਿ ਡਿਊਟੀਜ਼ ਵੀ ਰਾਈਟਸ ਨਾਲ ਰਿਲੇਟਡ ਆ, ਕਿਉਂਕਿ ਕਈ ਕਹਿ ਦਿੰਦੇ ਆ ਕਿ ਜਿਹੜੇ ਰਾਈਟਸ ਅਤੇ ਡਿਊਟੀ ਜਿਹੜੀ ਹੈਗੀ ਆ ਬਹੁਤ ਸਾਈਡਸ ਆਫ ਦ ਸੇਮ ਪੁਆਇੰਟ, ਇੱਕੋ ਸਿੱਕੇ ਦੇ 2 ਪਹਿਲੂ ਹਨ। ਅਤੇ ਡਿਊਟੀਜ਼ ਕੀ ਨੇ, ਸਾਡੇ ਹਰੇਕ ਦੇਸ਼ ਦੀ ਅਲੱਗ-ਅਲੱਗ ਡਿਊਟੀਜ਼ ਹਨ। ਜਿਵੇਂ ਸਾਡੇ ਦੇਸ਼ ਵਿੱਚ ਕੰਸਟੀਟਿਊਸ਼ਨ ਵਿੱਚ 11 ਡਿਊਟੀਜ਼ ਦਾ ਵਰਣਨ ਆ। ਠੀਕ ਹੈ, ਅਤੇ ਉਹ ਡਿਊਟੀਜ਼ ਕੀ ਨੇ, ਸਾਨੂੰ ਕਿਵੇਂ ਪੇ ਕਰਨੀਆਂ ਪੈਂਦੀਆਂ ਵਾ, ਅਸੀਂ ਕੀ ਕਰਨਾ ਚਾਹੀਦਾ ਹੈਗਾ ਡਿਊਟੀਜ਼ ਪੇ ਕਰਨੀ, ਜੇ ਨਹੀਂ ਕਰਦੇ ਉਹਦੀ ਕੀ ਪਨਿਸ਼ਮੈਂਟ ਵਾ, ਇਹਨਾਂ ਬਾਰੇ ਜਿਹੜੀ ਸਾਰੀ ਸਟੱਡੀ ਜਿਹੜੀ ਹੈ ਪੋਲੀਟੀਕਲ ਸਾਇੰਸ ਕਰਦੀ ਆ। ਨੈਕਸਟ ਹੈ ਸਟੱਡੀ ਆਫ ਦ ਇਲੈਕਟੋਰਲ ਸਿਸਟਮ। ਇਲੈਕਟੋਰਲ ਸਿਸਟਮ ਬੇਟਾ ਕੀ ਹੁੰਦਾ ਹੈ, ਜਿਹਨੂੰ ਆਪਾਂ ਚੋਣ ਪ੍ਰਣਾਲੀ ਕਹਿੰਦੇ ਹਾਂ। ਤੁਸੀਂ MLA ਸੁਣਿਆ ਹੋਣਾ, MLA ਇਲੈਕਸ਼ਨ ਹੁੰਦੀਆਂ, MP ਦੀ ਇਲੈਕਸ਼ਨ ਹੁੰਦੀਆਂ, CM ਦੀ ਇਲੈਕਸ਼ਨ ਹੁੰਦੀਆਂ, ਅਤੇ ਇਹ ਹਮੇਸ਼ਾ ਹੀ ਇਲੈਕਸ਼ਨ ਕਿੱਥੇ ਹੁੰਦੀਆਂ ਜਿੱਥੇ ਡੈਮੋਕ੍ਰੇਸਿਕ ਕੰਟਰੀ ਹੋਵੇ, ਅਤੇ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਵੋਟ ਦਾ ਅਧਿਕਾਰ ਮਿਲਿਆ ਹੋਵੇ। ਤਾਂ ਉਹ ਇਲੈਕਟੋਰਲ ਸਿਸਟਮ ਕੀ ਨੇ, ਚੋਣ ਆਯੋਗ ਕੀ ਆ, ਕਿਵੇਂ ਕੰਮ ਕਰਦਾ, ਕਿਸ ਤਰ੍ਹਾਂ ਕਿਸੇ ਪਾਰਟੀ ਨੂੰ ਉਹ ਚੋਣ ਨਿਸ਼ਾਨ ਸਾਈਨ ਦਿੰਦਾ ਹੈ। ਠੀਕ ਹੈ, ਅਤੇ ਕਿਸ ਤਰ੍ਹਾਂ MLA MP ਚੁਣੇ ਜਾਂਦੇ ਆ, ਵੋਟਾਂ ਇਲੈਕਸ਼ਨ ਕਿਵੇਂ ਹੁੰਦੀਆਂ ਨੇ, ਇਹਨਾਂ ਸਾਰਿਆਂ ਦੀ ਜਾਣਕਾਰੀ ਸਾਨੂੰ ਪੋਲੀਟੀਕਲ ਸਾਇੰਸ ਦਿੰਦੀ ਆ। ਤੁਸੀਂ ਪੁਆਇੰਟਸ ਸੇਮ ਲਿਖਣਾ, ਜਿਹੜੀ ਆ
वर्डिंग तुसी अपने अकॉर्डिंग लिख सकते हो, ठीक है। बट सेंटेंस साडा सही होना चाहिए। इन द प्रेजेंट डे डेमोक्रेटिक स्टेट इलेक्शन हैव द स्पेशल सिग्निफिकेंस। The election provide an opportunity the people to elect the government. So what is the political parties? What is the election? How to elect the MLA, MP, CM, and representative? All this describe and the study of the political science. ਇਹ political science ਜਿਹੜੀ ਹੈ ਇਹਨਾਂ ਸਾਰਿਆਂ ਬਾਰੇ ਸਟੱਡੀ ਕਰਦੀ ਆ, ਠੀਕ ਹੈ। ਤੁਸੀਂ ਆਪਣੀ ਵਰਡਿੰਗ ਦੇ ਵਿੱਚ ਜਿਹੜੀਆਂ ਗਿਆ ਲਾਈਨਾਂ ਨੂੰ ਡਿਸਕ੍ਰਾਈਬ ਕਰ ਸਕਦੇ ਹੋ। Then after ਹੈਗਾ study of the constitution system, ਕਿਉਂਕਿ every country has its own constitution, ਠੀਕ ਹੈ। ਜਿਹੜੀਆਂ ਉਸ ਕੰਟਰੀ ਦੇ ਅਕੋਰਡਿੰਗ ਨੀਡਸ ਤੇ ਟ੍ਰੈਡੀਸ਼ਨ ਜਾਂ ਫਿਊਚਰ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ। ਜਿਵੇਂ ਇੰਡੀਆ ਦਾ ਆਪਣਾ ਕੰਸਟੀਟਿਊਸ਼ਨ ਆ, ਠੀਕ ਹੈ। ਭਾਵੇਂ ਕਿ ਸਾਡੇ ਇੰਡੀਆ ਦੀ ਕੰਸਟੀਟਿਊਸ਼ਨ ਨੇ ਜਿਹੜੀ ਹੈਗੀ ਆ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਚੀਜ਼ਾਂ ਲਈਆਂ, ਬਟ ਅਸੀਂ ਉਹਨਾਂ ਨੂੰ ਆਪਣੇ ਅਕੋਰਡਿੰਗ ਢਾਲਿਆ ਹੋਇਆ। ਅਤੇ ਕੰਸਟੀਟਿਊਸ਼ਨ ਕੀ ਹੁੰਦਾ ਹੈ, ਕੀ ਸਿਸਟਮ ਹੈ, ਕਿਵੇਂ ਕੰਮ ਕਰਦਾ ਵਾ, ਇਸ ਬਾਰੇ ਸਾਰੀ ਸਟੱਡੀ ਜਿਹੜੀ ਹੈਗੀ ਆ ਪੋਲੀਟੀਕਲ ਸਾਇੰਸ ਕਰਾਉਂਦੀ ਆ। ਤੁਸੀਂ ਵੀ ਜਿਹੜੀ ਹੈਗੀ ਆ ਇਸ ਬੁੱਕ ਨੂੰ ਪੜ੍ਹ ਕੇ ਹੀ ਪਤਾ ਕਰੋਗੇ ਕਿ ਸਾਡੇ ਦੇਸ਼ ਦਾ ਜਿਹੜਾ ਕੰਸਟੀਟਿਊਸ਼ਨ ਕਿਵੇਂ ਆ, ਤਾਂ ਕਿਵੇਂ ਪਤਾ ਲੱਗੇਗਾ, ਕਿਉਂਕਿ ਪੋਲੀਟੀਕਲ ਸਾਇੰਸ ਦੀ ਜਦੋਂ ਬੁੱਕ ਪੜ੍ਹੋਗੇ। ਨੈਕਸਟ ਹੈ ਸਟੱਡੀ ਆਫ ਲਾ, ਕਿਉਂਕਿ ਦੇयर इज़ अ नीड ऑफ द रूल एंड रेगुलेशन टू रेगुलेट द लाइफ ऑफ द इंडिविजुअल। विदाउट रूल देयर इज़ नो रूल एंड रेगुलेशन, नो सिस्टमेटिकली सोसाइटी। विदाउट ला तो मतलब भी कोई भी समाज सिस्टमेटिकली नहीं हो सकता गा। तो ला कौन बनाता है, कौन लागू करता है, इन केस ला ਨੂੰ ਤੁਸੀਂ ਨਹੀਂ ਮੰਨਦੇ ਤਾਂ ਫਿਰ ਕਿਹੜੀ ਪਨਿਸ਼ਮੈਂਟ ਮਿਲਦੀ ਆ, ਇਸ ਬਾਰੇ ਜਿਹੜੀ ਸਾਰੀ ਸਟੱਡੀ ਜਿਹੜੀ ਹੈਗੀ ਆ ਪੋਲੀਟੀਕਲ ਸਾਇੰਸ ਕਰਾਉਂਦੀ ਆ। ਕਹਿੰਦਾ ਦੇयर इज़ अ नीड ऑफ रूल्स एंड रेगुलेशन टू रेगुलेट द लाइफ ऑफ द इंडिविजुअल वाइल लिविंग इन द स्टेट। ਜਦੋਂ ਆਪਾਂ ਸਟੇਟ ਵਿੱਚ ਰਹਿੰਦੇ ਹਾਂ, ਜੰਗਲਾਂ ਵਿੱਚ ਨਹੀਂ ਮਤਲਬ ਹੁੰਦਾ, ਬਟ ਜਦੋਂ ਤੁਸੀਂ ਸਟੇਟ ਸੁਸਾਇਟੀ ਵਿੱਚ ਰਹਿੰਦੇ ਹੋ ਤਾਂ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨਾ ਪੈਂਦਾ ਹੈ। ਅਤੇ ਦੇयर इज़ अ ਕੌਰਸਿਵ ਪਾਵਰ, ਉਹਦੀ ਜਿਹੜੀ ਵੀ ਲਾ ਜਿਹੜਾ ਲਾਗੂ ਕਰਦਾ ਉਹਦੇ ਪਿੱਛੇ ਕੌਰਸਿਵ ਪਾਵਰ ਹੁੰਦੀ ਆ। ਅਤੇ ਇਨ ਕੇਸ ਉਹ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦਾ ਤਾਂ ਉਸ ਤੋਂ ਪਨਿਸ਼ਮੈਂਟ ਵੀ ਦਿੱਤੀ ਜਾ ਸਕਦੀ ਹੈ। ਅਤੇ ਲਾ ਕੀ ਹੈ, ਕੌਰਸਿਵ ਪਾਵਰ ਕੀ ਆ, ਪਨਿਸ਼ਮੈਂਟ ਕਿਵੇਂ ਮਿਲਦੀ ਹੈ, ਇਸ ਬਾਰੇ ਸਾਰੀ ਸਟੱਡੀ ਜਿਹੜੀ ਹੈ ਪੋਲੀਟੀਕਲ ਸਾਇੰਸ ਕਰਾਉਂਦੀ ਹੈ, ਠੀਕ ਆ। ਆਈ ਹੋਪ ਤੁਹਾਨੂੰ ਇਸ ਚੀਜ਼ ਦੀ ਅੰਡਰਸਟੈਂਡਿੰਗ ਹੋ ਗਈ ਹੋਵੇਗੀ। ਅਤੇ ਤੁਸੀਂ ਜਸਟ ਪੁਆਇੰਟਸ ਨੂੰ ਲਰਨ ਕਰਨਾ, ਵਰਡਿੰਗ ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਆਪਣੇ ਅਕੋਰਡਿੰਗ ਅਟੈਂਪਟ ਕਰ ਸਕਦੇ ਹੋ। ਇਹਨਾਂ ਨੂੰ ਲਿਖ ਕੇ ਦੈਨ ਆਫਟਰ ਤੁਸੀਂ ਕਨਕਲੂਜ਼ਨ ਜ਼ਰੂਰ ਕੱਢਣਾ ਹੈ, ਠੀਕ ਹੈ। ਜਦੋਂ ਮਤਲਬ ਕਿ ਤੁਸੀਂ ਲਿਖਦੇ ਹੋ ਸਟਾਰਟਿੰਗ ਕਰੋ, ਇੰਟਰੋਡਕਸ਼ਨ ਲਿਖੋ, ਸਟਾਰਟਿੰਗ ਕਰੋ, ਦੈਨ ਆਫਟਰ ਪੁਆਇੰਟਸ ਲਿਖੋ, ਪੁਆਇੰਟਸ ਤੋਂ ਬਾਅਦ ਐਂਡ 'ਚ ਕਨਕਲੂਜ਼ਨ ਜ਼ਰੂਰ ਲਿਖੋ, ਫਿਰ ਕੁਐਸਚਨ ਕੰਪਲੀਟ ਹੁੰਦਾ। ਆਈ ਹੋਪ ਯੂ ਹੈਵ ਅੰਡਰਸਟੈਂਡ। ਥੈਂਕਸ ਬੇਟਾ।